गुड मॉर्निंग बेटा। पंजाबी क्लास विच तुहाडा स्वागत है। अज आपां तुहाडी पाठ पुस्तक साहित्यक रंग की कहानी नंबर 4 दुध ते पुत पढ़ांगे। ये कहानी बचिंत कौर जी की लिखी हुई है। आओ आपां लेखिका बारे कुछ जान लईए। बचिंत कौर का जन्म 8 फरवरी 1940 ईस्वी नूं पिंड भड़ो नाभा पंजाब विच होया। जिंदगी विच जदो जहद करदियां एमफिल तक उच्च विद्या हासिल कीती। बचिंत कौर ने पंजाबी ਸਾਹਿਤ जगत के कहानी खेतर विच महत्वपूर्ण योगदान पाया। उन्हां ने दर्जन तो वध कहानियां दीयां पुस्तकां मां बोली पंजाबी दी झोली पाईयां हन। जिवें मंजल, सूहा रंग, सिहारंग, भुब्बल दी अग, क्यारी लूंगां दी पुस्तक नूं 1982-83 ਦਾ पंजाबी अकादमी दिल्ली ਵੱਲੋਂ सर्वोत्तम पुस्तक सन्मान मिलिया। उन्हां ने कहानी तो इलावा नावल, स्वै जीवनी, सफ़रनामा ते बाल पुस्तकां भी लिखियां ਹਨ। बचिंत कौर ਦੀਆਂ कहानियां ਦੀ शैली सरल ते संखेप है। मतलब ये छोटियां कहानियां लिखते और सरल ਹੁੰਦੀਆਂ है। ਉਹਨਾਂ ਦੀਆਂ ਕਹਾਣੀਆਂ ਅੰਗਰੇਜ਼ੀ, ਹਿੰਦੀ ਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਉਹਨਾਂ ਦੀਆਂ ਕਹਾਣੀਆਂ ਅਜਿਹੇ ਵਿਸ਼ੇ ਨੂੰ ਪੇਸ਼ ਕਰਦੀਆਂ ਹਨ ਜੋ ਪਾਠਕ ਮਨ ਨੂੰ ਟੁੰਬਦਾ ਹੈ। ਪਾਠਕ ਮਨ ਨੂੰ ਟੁੰਬਦਾ ਹੈ ਮਤਲਬ ਟੁੰਬਣਾ ਜਾ ਕੇ ਉਹਦੇ ਮਨ ਤੇ ਚੋਟ ਕਰਦਾ ਹੈ, ਉਹਦੇ ਮਨ ਵਿੱਚ ਖੁੱਭ ਜਾਂਦਾ ਹੈ। ਆਓ ਆਪਾਂ ਇਹ ਪਾਠ ਵਿਸਤਾਰ ਵਿੱਚ ਪੜ੍ਹੀਏ। ਦੁੱਧ ਤੇ ਪੁੱਤ। ਮਈ ਦੀ 5 ਤਰੀਕ ਹੋ ਚੁੱਕੀ ਸੀ, ਪਰ ਬਾਬੇ ਬਾਰੂ ਨੂੰ ਨਾ ਕੋਈ ਬਾਹਰਲੇ ਘਰੋਂ ਲੈਣ ਆਇਆ ਤੇ ਨਾ ਹੀ ਉਹ ਆਪ ਜਾਣ ਲਈ ਤਿਆਰ ਸੀ। ਵਿਦਿਆ ਹੁਣ ਉਸ ਨਾਲ ਖਾਸੀ ਔਖੀ ਹੋ ਕੇ ਬੋਲਦੀ ਸੀ। ਬੱਚੇ ਵੀ ਅੱਜ ਕੱਲ੍ਹ ਬਾਬੇ ਦੀ ਕਿਸੇ ਗੱਲ 'ਤੇ ਕੰਨ ਨਹੀਂ ਧਰਦੇ ਸਨ। ਕੰਨ ਨਾ ਧਰਨਾ, ਧਿਆਨ ਨਾ ਦੇਣਾ। ਪਰ ਫਿਰ ਵੀ ਬਾਬੇ ਬਾਰੂ ਨੇ ਹਿੰਮਤ ਕਰਕੇ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਕਹਿ ਹੀ ਦਿੱਤਾ, ਪੁੱਤਰ ਤਾਰਿਆ, ਮੈਂ ਬਾਹਰਲੇ ਘਰੇ ਨਹੀਂ ਜਾਣਾ, ਮੈਨੂੰ ਆਪਣੇ ਕੋਲ ਹੀ ਰਹਿਣ ਦੇ। ਮੇਰਾ ਬਾਹਰਲੇ ਘਰੀ ਭੋਰਾ ਵੀ ਜੀ ਨਹੀਂ ਲੱਗਦਾ, ਭੋਰਾ ਬਿਲਕੁਲ ਵੀ ਜੀ ਨਹੀਂ ਲੱਗਦਾ। ਜੀ ਦਾ ਭਲਾ ਕੀ ਮਤਲਬ ਹੈ ਬਾਪੂ? ਜਦ ਮਾਂ ਦੇ ਵਾਰੇ ਵਾਲੇ ਦਿਨ ਮਤਲਬ ਜਦੋਂ ਬਜ਼ੁਰਗ ਦਾ ਵੱਡਾ ਕੀਤਾ ਜਾਂਦਾ ਹੈ, ਅੰਤਿਮ ਕਿਰਿਆ ਕੀਤੀ ਜਾਂਦੀ ਹੈ, ਉਹਨੂੰ ਵਾਰੇ ਵਾਲਾ ਦਿਨ ਬੋਲਿਆ ਜਾਂਦਾ ਹੈ। ਵਾਰੇ ਵਾਲੇ ਦਿਨ 5 ਭਾਈਆਂ ਵਿੱਚ ਇਹ ਫੈਸਲਾ ਹੋਇਆ ਹੈ ਕਿ ਅਸੀਂ 5 ਭਾਈ ਤੁਹਾਨੂੰ 3-3 ਮਹੀਨੇ ਰੋਟੀ ਦੇਵਾਂਗੇ। ਵਾਰੀ ਦੇ ਮੁਤਾਬਕ ਪਹਿਲੀ ਤਰੀਕ ਤੋਂ ਤੁਹਾਡੇ 3 ਮਹੀਨੇ ਇੱਥੇ ਪੂਰੇ ਹੋ ਚੁੱਕੇ ਹਨ। ਹੁਣ ਤੁਹਾਨੂੰ ਪ੍ਰੀਤੂ ਦੇ ਘਰ ਚਲੇ ਜਾਣਾ ਚਾਹੀਦਾ ਹੈ। ਬਾਬਾ ਅੱਗੋਂ ਕੁਝ ਵੀ ਉੱਤਰ ਨਾ ਦੇ ਸਕਿਆ। ਆਖਰ ਬਾਬੇ ਬਾਰੂ ਨੂੰ ਬਾਹਰਲੇ ਘਰ ਪ੍ਰੀਤੂ ਕੋਲ ਆਉਣਾ ਹੀ ਪਿਆ। ਭਾਵੇਂ ਅੰਦਰੋਂ ਉਸਦੀ ਵੱਡੀ ਰੂਹ ਨਹੀਂ ਸੀ ਕਰਦੀ। ਵੱਡੀ ਰੂਹ ਨਾ ਕਰਨਾ ਮਤਲਬ ਬਿਲਕੁਲ ਮਨ ਨਾ ਕਰਨਾ ਇੱਥੇ ਆਉਣ ਨੂੰ, ਪਰ ਮਰਦਾ ਕੀ ਨਾ ਕਰਦਾ। ਕਰਤਾਰੇ ਨੇ 3 ਮਹੀਨੇ ਪਿੱਛੋਂ ਸਾਫ਼ ਕਹਿ ਜੋ ਦਿੱਤਾ ਸੀ, ਬਾਪੂ ਹੁਣ ਤੂੰ ਪ੍ਰੀਤੂ ਦੇ ਘਰ ਚਲਾ ਜਾ। ਪ੍ਰੀਤੂ ਦੀ ਵਹੁਟੀ ਬੰਤ ਬਾਬੇ ਬਾਰੂ ਦੀ ਸੇਵਾ ਵਿੱਚ ਕੋਈ ਕਸਰ ਨਾ ਰੱਖਦੀ। ਹਫ਼ਤੇ ਵਿੱਚ 2 ਵਾਰ ਉਸਦੇ ਕੱਪੜੇ ਧੋ ਦਿੰਦੀ, ਚਾਹ ਪਾਣੀ ਸਮੇਂ ਸਿਰ ਬਾਬੇ ਨੂੰ ਤਿਆਰ ਕਰਕੇ ਦੇ ਦਿੰਦੀ। ਆਪਣੇ ਬੱਚਿਆਂ ਨੂੰ ਵੀ ਉਸਨੇ ਸਮਝਾ ਰੱਖਿਆ ਸੀ ਕਿ ਤੁਸੀਂ ਜਿੰਨੀ ਬਾਬੇ ਦੀ ਸੇਵਾ ਕਰੋਗੇ ਤੁਹਾਨੂੰ ਓਨਾ ਹੀ ਅੱਛਾ ਫਲ ਮਿਲੇਗਾ। ਵੱਡਿਆਂ ਦੀ ਆਤਮਾ ਖੁਸ਼ ਰੱਖਣਾ ਤੇ ਰੱਬ ਵੀ ਖੁਸ਼ ਰਹਿੰਦਾ ਹੈ। ਪਰ ਇੰਨਾ ਕੁਝ ਕਰਨ 'ਤੇ ਵੀ ਬੰਤ ਦੀ ਆਪਣੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ। ਉਸਦਾ ਪਤੀ ਸ਼ਰਾਬੀ ਸੀ। ਜਦੋਂ ਵੀ ਆਥਣ ਨੂੰ ਉਹ ਘਰ ਆਉਂਦਾ ਤਾਂ ਆਉਂਦਿਆਂ ਹੀ ਅਵਾ ਤਵਾ ਬੋਲਣਾ ਸ਼ੁਰੂ ਕਰ ਦਿੰਦਾ। ਅਵਾ ਤਵਾ ਬੋਲਣਾ ਅਲੂਲ ਜਲੂਲ ਮਤਲਬ ਬੇਮਤਲਬ ਬੋਲਣਾ। ਕਿਸੇ ਨਾ ਕਿਸੇ ਬਹਾਨੇ ਬੰਤ ਨਾਲ ਝਗੜਾ ਕਰਦਾ, ਬੱਚਿਆਂ ਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਪੈਂਦਾ। ਜੋ ਕੋਈ ਵੀ ਉਸਦੀ ਗੱਲ ਨੂੰ ਨਾ ਉਲਟਾਉਂਦਾ ਉਹ ਜਾ ਕੇ ਬਾਬੇ ਬਾਰੂ ਦੇ ਦੁਆਲੇ ਹੋ ਜਾਂਦਾ ਤੇ ਉਸਦੀ ਮੰਜੀ ਨੂੰ ਠੇਡਾ ਮਾਰ ਕੇ ਕਹਿੰਦਾ, ਠੇਡਾ ਮਾਰਨਾ ਠੋਕਰ ਮਾਰਨਾ,
ਕਹਿੰਦਾ ਬਾਪੂ ਅਜੇ ਕਿੰਨਾ ਚਿਰ ਹੋਰ ਇਹ ਮੰਜੀ ਪੂਜਣੀ ਹੈ। ਮੰਜੀ ਪੂਜਣੀ ਮਤਲਬ ਇੱਕ ਵਿਅੰਗਾਤਮਕ ਭਾਸ਼ਾ ਵਿੱਚ ਕਹਿੰਦਾ ਕਿ ਸੇਵਾ ਕਰਾਉਣੀ ਹੈ। ਮੈਂ ਇਹ ਗੱਲ ਸੁਣ ਕੇ ਬੁੱਢੇ ਬਾਬੇ ਦਾ ਸਾਰਾ ਸਰੀਰ ਕੰਬਣ ਲੱਗਦਾ। ਅੰਦਰੋਂ ਅੰਦਰੀ ਉਹ ਰੋ ਉੱਠਦਾ। ਉਸਨੂੰ ਸਾਰੀ ਦੁਨੀਆ ਹਨੇਰੀ ਜਾਪਣ ਲੱਗ ਪੈਂਦੀ। ਉਸਦੇ 80 ਸਾਲ ਪੁਰਾਣੇ ਹੱਡ ਜਿਵੇਂ ਉਸਨੂੰ ਮਿੱਟੀ ਬਣੇ ਨਜ਼ਰ ਆਉਂਦੇ। ਉਸਦਾ ਸ਼ਰਾਬੀ ਪੁੱਤਰ ਉਸਦੀ ਸਤਿਕਾਰ ਦੀ ਥਾਂ ਉਸਨੂੰ ਵੀ ਅਵਾ ਤਵਾ ਬੋਲਣੋਂ ਨਹੀਂ ਸੀ ਝਿਜਕਦਾ। ਮਤਲਬ ਆਪਣੇ ਪਿਤਾ ਨੂੰ ਵੀ ਉਹ ਪੁੱਠਾ ਸਿੱਧਾ ਬੋਲਦਾ ਸੀ। ਕਿੰਨੀ ਬੇਇੱਜ਼ਤੀ ਕਰਦਾ ਸੀ ਪ੍ਰੀਤੂ ਬਾਬੇ ਬਾਰੂ ਦੀ। ਸ਼ਰਾਬੀ ਪੁੱਤ ਦੀਆਂ ਗੱਲਾਂ ਸੁਣ ਕੇ ਉਹ ਬੁੱਤ ਦਾ ਬੁੱਤ ਬਣ ਕੇ ਰਹਿ ਜਾਂਦਾ। ਬੁੱਤ ਬਣਨਾ ਸੁੰਨ ਹੋ ਜਾਣਾ। ਜਦੋਂ ਉਹ ਆਪਣੇ ਸ਼ਰਾਬੀ ਪੁੱਤ ਦੀਆਂ ਗੱਲਾਂ ਸੁਣਦਾ ਤਾਂ ਉਹ ਸੁੰਨ ਹੋ ਜਾਂਦਾ, ਖਾਮੋਸ਼ ਹੋ ਜਾਂਦਾ। ਉਹਦੇ ਕੋਲ ਕੋਈ ਸ਼ਬਦ ਨਹੀਂ ਸੀ ਹੁੰਦੇ ਬੋਲਣ ਲਈ। ਮਤਲਬ ਮਾਂ ਬਾਪ ਦੇਖੋ, ਬਜ਼ੁਰਗ ਕਿੰਨੇ ਲਾਚਾਰ ਹੋ ਜਾਂਦੇ ਆ ਬੱਚਿਆਂ ਅੱਗੇ ਕਿ ਬੱਚੇ ਉਹਨਾਂ ਦੀ ਜਦੋਂ ਸੇਵਾ ਨਹੀਂ ਕਰਦੇ। ਫਿਰ ਸੋਚਾਂ ਹੀ ਸੋਚਾਂ ਵਿੱਚ ਉਹ ਆਪਣੇ 5 ਪੁੱਤਾਂ ਦੇ ਘਰ ਤੇ ਉਹਨਾਂ ਦੇ ਬੱਚਿਆਂ ਨੂੰ ਪਰਖਦਾ। ਆਖਰ ਉਸਦਾ ਮਨ ਕਹਿ ਉੱਠਦਾ, ਮਨਾ ਕਰਤਾਰੇ ਕੋਲ ਜੇ ਟਿਕਿਆ ਰਹਿ ਸਕੇ ਤਾਂ ਚੰਗੀ ਗੱਲ ਹੈ, ਪਰ ਉਹ ਵੀ ਤਾਂ ਰੱਖੇ। ਹੁਣ ਬਾਬੇ ਦੀ ਵਾਰੀ ਤਲੋਕੇ ਦੇ ਘਰ ਆਉਣ ਦੀ ਸੀ। ਤਲੋਕਾ ਸੱਚੀ ਮੁੱਚੀ ਆਪਣੇ ਪਿਓ ਦੇ ਬੁਢਾਪੇ ਨੂੰ ਇਸ ਤਰ੍ਹਾਂ ਰੁਲਦਾ ਨਹੀਂ ਸੀ ਦੇਖ ਸਕਦਾ। ਜਦੋਂ ਬਾਬਾ ਤਲੋਕੇ ਦੇ ਘਰ ਹੁੰਦਾ ਤਾਂ ਤਲੋਕੇ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ, ਸਭ ਤੋਂ ਪਹਿਲਾਂ ਬਾਬੇ ਨੂੰ ਚਾਹ ਦਿੰਦੀ। ਇਸ ਘਰ ਬਾਬੇ ਦੇ ਕੱਪੜੇ ਧੋ ਕੇ ਰੋਜ਼ ਬਦਲੇ ਜਾਂਦੇ ਸਨ। ਤਲੋਕਾ ਉਸਦੀ ਖੁਸ਼ੀ ਦਾ ਪੂਰਾ ਧਿਆਨ ਰੱਖਦਾ, ਪਰ ਫਿਰ ਵੀ ਬਾਬੇ ਨੂੰ ਇਉਂ ਲੱਗਦਾ ਜਿਵੇਂ ਕੋਈ ਗੁੱਗੇ ਦੀ ਪੂਜਾ ਹੋ ਰਹੀ ਹੋਵੇ। ਮਤਲਬ ਕੋਈ ਸੱਪ ਨੂੰ ਪੂਜ ਰਿਹਾ ਹੋਵੇ, ਗੁੱਗੇ ਦੀ ਪੂਜਾ। ਗੁੱਗੇ ਨਾਲ ਭਲਾ ਕਿਸੇ ਨੂੰ ਕੀ ਪਿਆਰ ਹੋ ਸਕਦਾ ਹੈ? ਉਸਦੀ ਪੂਜਾ ਡੰਗ ਦੇ ਡਰ ਤੋਂ ਹੀ ਕੀਤੀ ਜਾਂਦੀ ਹੈ। ਭਾਵ ਕਿ ਉਹ ਮਨੋਂ ਮਤਲਬ ਉਸਦੀ ਰਿਸਪੈਕਟ ਨਹੀਂ ਕਰਦੇ ਸਨ, ਸਿਰਫ ਇੱਕ ਦਿਖਾਵੇ ਲਈ ਉਹਦੀ ਸੇਵਾ ਕੀਤੀ ਜਾਂਦੀ ਸੀ। ਗੱਲ ਵੀ ਇਹ 16 ਆਨੇ ਠੀਕ ਸੀ। 16 ਆਨੇ ਬਿਲਕੁਲ ਸਹੀ। ਤਲੋਕਾ ਬਾਬੇ ਦੀ ਸੇਵਾ ਵਿੱਚ ਆਪਣੀ ਵਹੁਟੀ 'ਤੇ ਸਖਤ ਨਜ਼ਰ ਰੱਖਦਾ ਸੀ, ਜਿਸ ਕਰਕੇ ਉਸਦੀ ਵਹੁਟੀ ਵੇਲੇ ਸਿਰ ਬਾਬੇ ਦੇ ਸਾਰੇ ਕੰਮ ਕਰ ਦਿੰਦੀ। ਰੋਜ਼ ਕੱਪੜੇ ਧੋਂਦੀ, ਚਾਹ ਪਾਣੀ ਸਮੇਂ ਸਿਰ ਦੇ ਦਿੰਦੀ, ਉਸਦਾ ਮੰਜਾ ਬਿਸਤਰਾ ਸਾਫ਼ ਰੱਖਦੀ। ਪਰ ਆਉਂਦੀ ਜਾਂਦੀ ਉਹ ਬਾਬੇ ਨੂੰ ਕੋਈ ਨਾ ਕੋਈ ਚੁਭਵੀਂ ਗੱਲ ਜ਼ਰੂਰ ਸੁਣਾ ਜਾਂਦੀ। ਚੁਭਵੀਂ ਮਤਲਬ ਮਨ ਨੂੰ ਦੁਖੀ ਕਰਨ ਵਾਲੀ। ਬਾਪੂ, ਤੂੰ ਭਲਾ ਸਾਰੀ ਉਮਰ ਵਿੱਚ ਕੀ ਕੀਤਾ ਹੈ ਆਪਣੇ ਪੁੱਤਰਾਂ ਲਈ? ਪਿੰਡ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਆ ਸਾਡੇ ਕੋਲ। ਤੇਰੀ ਕੋਈ ਸੇਵਾ ਕਰੇ ਤਾਂ ਭਲਾ ਕਿਵੇਂ ਕਰੇ? ਬਾਬਾ ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਅੰਦਰੋਂ ਅੰਦਰੀ ਰੋ ਉੱਠਦਾ। ਜੀ ਕਰਦਾ 5 ਨੂੰ ਛੱਡ ਛਡਾ ਕੇ ਕਿਧਰੇ ਦੂਰ ਚਲਾ ਜਾਵੇ। ਪਰ ਇਸ ਵਿੱਚ ਤਲੋਕੇ ਦਾ ਕੀ ਕਸੂਰ? ਨਾ ਉਹ ਤਲੋਕੇ ਨੂੰ ਕੁਝ ਦੱਸਦਾ, ਨਾ ਨੂੰਹ ਨੂੰ ਕੋਈ ਜਵਾਬ ਦਿੰਦਾ। ਬਾਬਾ ਨਹੀਂ ਸੀ ਚਾਹੁੰਦਾ ਕਿ ਘਰ ਵਿੱਚ ਉਸਦੇ ਪਿੱਛੇ ਕੋਈ ਲੜਾਈ ਹੋਵੇ। ਫਿਰ ਆਪ ਹੀ ਸੋਚ ਕੇ ਮਨ ਨੂੰ ਤਸੱਲੀ ਦੇ ਲੈਂਦਾ, ਠੀਕ ਹੀ ਤਾਂ ਕਹਿੰਦੀ ਹੈ ਤਲੋਕੇ ਦੀ ਬਹੂ। ਤਲੋਕੇ ਦੀ ਤਨਖਾਹ ਵੀ ਤਾਂ 150 ਰੁਪਏ ਹੈ। 150 ਮਤਲਬ 150 ਰੁਪਏ, 150 ਰੁਪੀਜ਼। ਉਸਨੇ ਬੱਚੇ ਵੀ ਪਾਲਣੇ ਹਨ। ਇਸੇ ਤਰ੍ਹਾਂ ਬਾਪੂ ਸਾਰਾ ਦਿਨ ਸੋਚਾਂ ਦੀ ਉਧੇੜ-ਬੁਣ ਵਿੱਚ ਉਲਝਿਆ ਰਹਿੰਦਾ। ਉਧੇੜ-ਬੁਣ ਮਤਲਬ ਜੋ ਮਨ ਵਿੱਚ ਆਪਣੇ ਆਪ ਸੋਚਣਾ ਛੱਡ ਦੇਣਾ। ਕਦੇ ਸੋਚਦਾ ਅੱਧੀ ਜ਼ਮੀਨ ਤਲੋਕੇ ਦੇ ਨਾਂ ਲਵਾ ਦਿਆਂ, ਬਾਕੀ ਤਾਂ ਆਪਣੇ ਆਪਣੇ ਘਰ ਸਾਰੇ ਚੰਗੇ ਖਾਂਦੇ ਪੀਂਦੇ ਹਨ, ਇਸੇ ਦਾ ਗੁਜ਼ਾਰਾ ਮੁਸ਼ਕਿਲ ਹੈ। ਪਰ ਇਹ ਗੱਲ ਉਸਦੇ ਦੂਜੇ ਪੁੱਤਰ ਕਿਵੇਂ ਸਹਾਰ ਸਕਦੇ ਹਨ? ਉਹ ਤਾਂ ਪੂਰੇ ਹਿੱਸੇ ਲਈ ਮਰਨ ਮਾਰਨ ਨੂੰ ਤਿਆਰ ਹੋ ਜਾਣਗੇ। ਨਾਲੇ ਦਿਆਲਾ ਜੋ ਹੁਣ ਸਾਰੀ ਜ਼ਮੀਨ ਨੂੰ ਵਾਹੁੰਦਾ ਬੀਜਦਾ ਹੈ, ਉਹ ਕਦੋਂ ਮੰਨਣ ਲੱਗਿਆ ਇਸ ਗੱਲ ਨੂੰ? ਉਸਦੇ ਘਰ ਰੱਬ ਦਾ ਦਿੱਤਾ ਦੁੱਧ ਪੁੱਤ ਸਭ ਕੁਛ ਹੈ। ਦੁੱਧ ਮਤਲਬ ਪੈਸਾ, ਉਹਦੇ ਕੋਲ ਖਾਣ ਪੀਣ ਨੂੰ ਸਭ ਕੁਛ ਹੈ, ਪੁੱਤਰ ਵੀ ਹਨ। ਪਰ ਫਿਰ ਵੀ ਉਸਦੀ ਨੀਅਤ ਫਿੱਟੀ ਪਈ ਹੈ, ਖਰਾਬ ਹੋਈ ਪਈ ਹੈ। ਉਹ ਬੇਈਮਾਨ ਹੋਇਆ ਪਿਆ ਹੈ। ਅੰਦਰੋਂ ਅੰਦਰ ਹੀ ਉਹ ਪਟਵਾਰੀ ਨਾਲ ਮਿਲ ਕੇ ਅੱਗੇ ਦੀ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਹੈ।
ਤਾਈਓ ਤਾਂ ਉਹ ਬਾਬੇ ਬਾਰੂ ਨੂੰ ਪਿੰਡ ਵਿੱਚ ਬੁਲਾ ਕੇ ਖੁਸ਼ ਨਹੀਂ। ਇਸੇ ਕਰਕੇ ਉਹ ਬਾਬੇ ਬਾਰੂ ਨੂੰ ਪਿੰਡ ਵਿੱਚ ਨਹੀਂ ਬੁਲਾਉਣਾ ਚਾਹੁੰਦਾ। ਸੋਚ ਸੋਚ ਬਾਬਾ ਰੋਣਹਾਕਾ ਹੋ ਜਾਂਦਾ, ਰੋਣਹਾਰਾ ਹੋ ਜਾਂਦਾ, ਰੋ ਪੈਂਦਾ। ਐਡਾ ਵੱਡਾ ਪਰਿਵਾਰ ਸੀ ਉਸਦਾ ਕਿ ਲੋਕ ਪਿੰਡ ਵਿੱਚ ਉਸਨੂੰ ਵੱਡੇ ਪਰਿਵਾਰ ਵਾਲਾ ਕਹਿ ਕੇ ਬੁਲਾਉਂਦੇ ਸਨ। ਜਦੋਂ ਕਦੇ ਉਹ ਸਾਰੇ ਪੋਤੇ ਪੋਤੀਆਂ ਵਿੱਚ ਬੈਠਾ ਹੁੰਦਾ ਸੀ ਤਾਂ ਉਸਨੂੰ ਕਈ ਵਾਰ ਇਹ ਵੀ ਭੁੱਲ ਜਾਂਦਾ ਸੀ ਕਿ ਕਿਹੜਾ ਪੁੱਤਰ ਦਿਆਲੇ ਦਾ ਤੇ ਕਿਹੜਾ ਪ੍ਰੀਤੂ ਦਾ ਹੈ, ਪਰ ਕੋਈ ਉਸਦੀ ਬਾਤ ਨਹੀਂ ਪੁੱਛਦਾ। ਜਦੋਂ ਉਸਦੀ ਪਤਨੀ ਜਿਉਂਦੀ ਸੀ ਤਾਂ ਉਹ ਪਿੰਡ ਹੀ ਰਹਿੰਦਾ ਸੀ ਤੇ ਦਿਆਲੇ ਨੇ ਉਸਦੀ ਮੰਜੀ ਨੀਰੇ ਵਾਲੇ ਅੰਦਰ ਡਾਹ ਰੱਖੀ ਸੀ। ਪਰ ਜਦ ਉਹ ਮਰ ਗਈ ਤਾਂ ਉਸਦੀ ਮੰਜੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਰਿਹਾ। ਨੀਰੇ ਵਾਲੇ ਅੰਦਰ ਮਤਲਬ ਜਿੱਥੇ ਪਸ਼ੂਆਂ ਲਈ ਤੂੜੀ ਵਗੈਰਾ ਰੱਖੀ ਜਾਂਦੀ ਹੈ, ਉੱਥੇ ਡਾਹ ਰੱਖੀ ਸੀ। ਜਦੋਂ ਉਹਦੀ ਪਤਨੀ ਮਰ ਗਈ ਤਾਂ ਹੁਣ ਉਸਦਾ ਕੋਈ ਟਿਕਾਣਾ ਨਹੀਂ ਸੀ, ਉਹਨੂੰ ਕੋਈ ਵੀ ਨਹੀਂ ਪੁੱਛਦਾ। ਪਹਿਲਾ ਦੂਜੇ ਵੱਲ, ਦੂਜਾ ਤੀਜੇ ਵੱਲ, ਤੀਜਾ ਚੌਥੇ ਵੱਲ ਧੱਕਣ ਨੂੰ ਤਿਆਰ ਰਹਿੰਦਾ, ਮਤਲਬ ਇੱਕ ਦੂਸਰੇ ਕੋਲ ਭੇਜਣ ਨੂੰ ਤਿਆਰ ਰਹਿੰਦੇ ਸਨ। ਜਿੰਨਾ ਵੱਡਾ ਉਸਦਾ ਪਰਿਵਾਰ ਸੀ ਉਨੀਆਂ ਹੀ ਤੰਦਾਂ ਵਿੱਚੋਂ ਉਲਝਿਆ ਪਿਆ ਸੀ। ਮਤਲਬ ਜਿੰਨੇ ਉਹਦੇ ਪੁੱਤਰ ਸੀ ਉਨੀ ਜ਼ਿਆਦਾ ਉਹਨੂੰ ਉਲਝਣ ਸੀ। ਕਈ ਵਾਰ ਬਹੁਤ ਦੁਖੀ ਹੋ ਕੇ ਆਪਣੀ ਸਵਰਗਵਾਸੀ ਪਤਨੀ ਨੂੰ ਕਹਿ ਉੱਠਦਾ, ਦੇਖ ਭਾਗਵੰਤੀਏ, ਤੂੰ ਕਹਿੰਦੀ ਹੁੰਦੀ ਸੀ, ਉਸਦੀ ਪਤਨੀ ਦੇ ਨਾਂ ਭਾਗਵੰਤੀ ਸੀ, ਉਹਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਤੂੰ ਕਹਿੰਦੀ ਹੁੰਦੀ ਸੀ ਜਿੰਨੇ ਪੁੱਤ ਬਹੁਤੇ ਹੋਣਗੇ ਬੁਢਾਪੇ ਵਿੱਚ। ਕਦੇ ਭਲਾ ਕਿਸੇ ਨੂੰ ਦੁੱਧ ਤੇ ਪੁੱਤ ਵੀ ਬਹੁਤੇ ਲੱਗੇ ਹਨ, ਵੀ ਦੁੱਧ ਜਿੰਨਾ ਘਰੇ ਹੋਵੇ ਜ਼ਿਆਦਾ ਨਹੀਂ ਮਹਿਸੂਸ ਹੁੰਦਾ ਤੇ ਪੁੱਤ ਜਿੰਨੇ ਵੀ ਹੋਣ ਜ਼ਿਆਦਾ ਨਹੀਂ ਲੱਗਦੇ। ਅੱਜ ਮੇਰੀ ਹਾਲਤ ਦੇਖ ਜਰਾ ਆ ਕੇ, ਅੱਜ ਤੂੰ ਮੇਰੀ ਕੰਡੀਸ਼ਨ ਦੇਖ ਲੈ, ਮੈਂ ਕਿੰਨਾ ਦੁਖੀ ਹਾਂ। ਮੇਰੀ ਰੁੱਖੀ ਸੁੱਖੀ ਵੀ ਸਭ ਨੂੰ ਭਾਰੀ ਲੱਗਦੀ ਹੈ। ਮੈਨੂੰ ਰੁੱਖੀ ਸੁੱਖੀ ਰੋਟੀ ਦੇਣ ਨੂੰ ਵੀ ਕੋਈ ਤਿਆਰ ਨਹੀਂ, ਉਹ ਵੀ ਇੱਕ ਬੋਝ ਲੱਗ ਰਿਹਾ ਹੈ ਮੇਰੇ ਬੱਚਿਆਂ ਨੂੰ। ਫਿਰ ਇੱਕ ਵਾਰ ਉਸਨੇ 5 ਪੁੱਤਰਾਂ 'ਤੇ ਨਜ਼ਰ ਦੌੜਾਈ, ਪਰ 5ਵਾਂ ਤਾਂ ਅਜੇ ਵਿਆਹਿਆ ਹੀ ਵੀ ਨਹੀਂ, ਨਾਲੇ ਉਹ ਤਾਂ ਬਾਹਰ ਨੌਕਰੀ ਕਰਦਾ ਹੈ, ਉਹ ਬਾਹਰਲੇ ਦੇਸ਼ ਵਿੱਚ ਰਹਿੰਦਾ ਹੈ। ਮੇਰੇ ਕੋਲ 500 ਮੀਲ ਦੂਰ, ਉਸ ਨਾਲ ਭਲਾ ਮੇਰਾ ਕੀ ਗਿਲਾ, ਮੈਂ ਉਹਦੇ ਨਾਲ ਕੀ ਸ਼ਿਕਾਇਤ ਕਰਾਂ। ਹੁਣ ਸਾਲ ਦਾ ਅੰਤ ਆ ਗਿਆ ਸੀ। ਹੁਣ ਫੇਰ ਬਾਬੇ ਦੀ ਵਾਰੀ ਕਰਤਾਰੇ ਦੇ ਘਰ ਜਾਣ ਦੀ ਆ ਗਈ। ਬਾਬਾ ਬਾਰੂ ਅੰਦਰੋਂ ਅੰਦਰੀ ਖੁਸ਼ ਹੋ ਰਿਹਾ ਸੀ, ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦਾ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ, ਜਿਸ ਨੂੰ ਕਿਸੇ ਬਟਵਾਰੇ ਦੀ ਲੋੜ ਨਹੀਂ ਸੀ ਸਤਾਉਂਦੀ। ਤੇ ਬਾਬਾ ਬਾਰੂ ਕਿੰਨਾ ਚਿਰ ਆਪਣੇ ਛੋਟੇ ਭਰਾ ਕੋਲ ਬੈਠਾ ਆਪਣਾ ਦੁੱਖ ਸੁੱਖ ਫੋਲਦਾ ਰਹਿੰਦਾ ਸੀ, ਭਾਵ ਉਹ ਆਪਣੀ ਸੁੱਖ ਦੁੱਖ ਕਰਦਾ ਰਹਿੰਦਾ ਸੀ ਆਪਣੇ ਛੋਟੇ ਭਰਾ ਨਾਲ। ਉਹ ਇਸ ਕਰਕੇ ਕਰਤਾਰੇ ਦੇ ਘਰ ਰਹਿ ਕੇ ਖੁਸ਼ ਸੀ। ਇਸ ਕਹਾਣੀ ਰਾਹੀਂ ਜਿਹੜੀ ਕਹਾਣੀਕਾਰਾ ਹੈ, ਲੇਖਿਕਾ ਹੈ, ਉਹ ਇੱਕ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਵੱਡੇ ਪਰਿਵਾਰ ਦੇ ਮਾਂ ਬਾਪ ਆਪਣੇ ਬੱਚਿਆਂ ਨੂੰ ਕਦੇ ਬੋਝ ਨਹੀਂ ਸਮਝਦੇ। ਮਤਲਬ ਜਿਨ੍ਹਾਂ ਦੇ ਜ਼ਿਆਦਾ ਬੱਚੇ ਹੋਣ, ਕਦੇ ਮਾਂ ਬਾਪ ਆਪਣੇ ਬੱਚਿਆਂ ਨੂੰ ਬੋਝ ਨਹੀਂ ਸਮਝਦੇ ਕਿ ਮੇਰੇ ਜ਼ਿਆਦਾ ਬੱਚੇ ਆ, ਮੈਂ ਕਿਵੇਂ ਪਾਲਾਂ। ਪਰ ਬੱਚੇ ਜਿਹੜੇ ਹੈ ਆਪਣੇ ਮਾਂ ਬਾਪ ਨੂੰ ਬੋਝ ਸਮਝਦੇ ਹਨ, ਉਹਨਾਂ ਨੂੰ ਰੋਟੀ ਦੇਣ ਦੀ ਜਗ੍ਹਾ ਇੱਧਰ ਉੱਧਰ ਭੇਜਣ ਲਈ ਮਜਬੂਰ ਕਰਦੇ ਹਨ। ਤੇ ਜੋ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਉਹ ਮਾਪਿਆਂ ਦੀ ਬੇਕਦਰੀ ਹੈ। ਜੋ ਮਾਪਿਆਂ ਦੀ ਕਦਰ ਨਹੀਂ ਕਰਦੇ ਬੱਚੇ, ਉਸ ਬਾਰੇ ਹੈ। ਇਸ ਕਹਾਣੀ ਵਿੱਚ ਬਾਪੂ ਸੋਚਦਾ ਹੈ ਕਿ ਦੁੱਧ ਤੇ ਪੁੱਤ ਫਿੱਟਣ ਲੱਗਿਆਂ ਕਦੇ ਦੇਰ ਨਹੀਂ ਲਾਉਂਦੇ, ਵੀ ਦੁੱਧ ਫਟਣ ਲੱਗਿਆਂ 1 ਮਿੰਟ ਲਾਉਂਦਾ ਹੈ ਤੇ ਪੁੱਤਰ ਦੀ ਨੀਅਤ ਜੇ ਫਿੱਟ ਜਾਵੇ, ਮਤਲਬ ਬਦਨੀਅਤ ਹੋ ਜਾਏ ਪੁੱਤਰ, ਤਾਂ ਉਹਦੇ ਵਿੱਚ ਵੀ ਦੇਰ ਨਹੀਂ ਲਾਉਂਦੀ। ਇਸ ਕਹਾਣੀ ਰਾਹੀਂ ਲੇਖਿਕਾ ਸਮਾਜ 'ਤੇ ਤਿੱਖਾ ਵਿਅੰਗ ਕਰਦੀ ਹੈ ਤੇ ਦੱਸਦੀ ਹੈ ਕਿ ਲੋਕ ਪੈਸੇ ਦੀ ਜ਼ਿਆਦਾ ਕਦਰ ਕਰਦੇ ਹੈ, ਕਦਰਾਂ ਕੀਮਤਾਂ ਵੱਲ ਧਿਆਨ ਨਹੀਂ ਦਿੰਦੇ। ਮਾਂ ਬਾਪ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ।